ਹੈਲੋ ਹਾਂਜੀ, ਸਵਾਗਤ ਕਰਦੇ ਹਾਂ ਤੁਹਾਡਾ ਅਸੀਂ ਆਪਣੇ YouTube ਚੈਨਲ ਦੇ ਉੱਤੇ। ਅਤੇ ਅੱਜ ਜਿਹੜੀ ਵੀਡੀਓ ਹੈ ਇੰਟਰਨੈਸ਼ਨਲ ਔਰਗਨਾਈਜੇਸ਼ਨਸ ਨੂੰ ਲੈ ਕੇ ਹੈ, ਜਿਹੜੀ ਕਿ ਆਗਾਮੀ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਪੁੱਛੀ ਜਾ ਰਹੀ ਹੈ। ਅਤੇ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਹੈਲਪਫੁਲ ਲੱਗੇਗੀ। ਪਹਿਲੀ ਜਿਹੜਾ ਕੁਐਸਚਨ ਹੈ, ਵਰਲਡ ਇੰਟੈਕਚੁਅਲ ਪ੍ਰੋਪਰਟੀ ਔਰਗਨਾਈਜੇਸ਼ਨ ਵੀਪੋ, ਵਿਸ਼ਵ ਬੁੱਧੀਜੀਵੀ ਸੰਪਤੀ ਸੰਗਠਨ, ਇਸ ਦਾ ਜਿਹੜਾ ਮੁੱਖ ਦਫ਼ਤਰ ਹੈ ਉਹ ਕਿੱਥੇ ਹੈ? ਆਨਸਰ ਕੀ ਹੋ ਜਾਊਗਾ? ਜਿਨੇਵਾ ਦੇ ਵਿਖੇ ਇਸ ਦਾ ਮੁੱਖ ਦਫ਼ਤਰ ਹੈ ਵੀਪੋ ਦਾ, ਤੁਸੀਂ ਯਾਦ ਰੱਖਣਾ ਹੈ। ਨੈਕਸਟ, ਨਿਮਨਲਿਖਤ ਵਿੱਚੋਂ ਕਿਹੜਾ ਨਿਹੱਥੇਕਰਨ ਨਾਲ ਸੰਬੰਧਿਤ ਨਹੀਂ ਹੈ? ਆਨਸਰ ਹੈ ਨਾਟੋ। ਡੀ ਇਜ਼ ਦਾ ਕਰੈਕਟ ਆਨਸਰ ਹੈ। ਨਾਟੋ ਦੀ ਫੁੱਲ ਫਾਰਮ ਹੈ ਨੌਰਥ ਅਟਲਾਂਟਿਕ ਟ੍ਰੈਟੀ ਔਰਗਨਾਈਜੇਸ਼ਨ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ। ਨਾਟੋ ਵੈਰੀ ਇੰਪੋਰਟੈਂਟ ਹੋ ਜਾਂਦਾ ਹੈ ਇੰਟਰਨੈਸ਼ਨਲ ਔਰਗਨਾਈਜੇਸ਼ਨ ਨੂੰ ਲੈ ਕੇ। ਅਤੇ ਦੂਜਾ, ਇਹਨਾਂ ਨੇ ਪੁੱਛਿਆ ਕਿ G7 ਦਾ ਸਹੀ ਵਰਣਨ ਕਿਹੜੇ 7 ਦੇਸ਼ਾਂ ਦਾ ਸਮੂਹ ਕਰਦਾ ਹੈ? ਮਤਲਬ ਸਹੀ ਵਰਣਨ ਕੀ ਕਰਦਾ ਹੈ ਉਹ? ਕਰੈਕਟ ਆਨਸਰ ਬੀ ਹੋ ਜਾਊਗਾ, ਇੰਡਸਟਰੀਅਲ ਕੰਟਰੀ। ਇਹ ਜਿਹੜੇ ਵੀ G7 ਦੇ ਹੁੰਦੇ ਆ ਨਾ, G7 ਦਾ ਮੀਨਿੰਗ ਹੈ ਗਰੁੱਪ ਆਫ 7 ਕੰਟਰੀਜ਼। ਠੀਕ ਹੈ, ਤਾਂ ਇਹ ਸਾਰੇ ਇੰਡਸਟਰੀਅਲ ਕੰਟਰੀਆਂ ਹੁੰਦੀਆਂ ਨੇ, ਉਦਯੋਗਿਕ ਕੰਟਰੀਆਂ, ਅਤੇ ਆਪਸ ਵਿੱਚ ਇਹਨਾਂ ਦੇ ਸੰਬੰਧ ਹੁੰਦੇ ਨੇ, ਸਮਿਟ ਹੁੰਦੀ ਹੈ, ਤਾਂ ਉਸ ਦੇ ਵਿੱਚ ਆਪਣਾ ਵਿਚਾਰ ਰੱਖਦੇ ਨੇ ਇੰਡਸਟਰੀ ਨੂੰ ਲੈ ਕੇ। ਹੇਠ ਲਿਖਿਆਂ ਵਿੱਚੋਂ ਸਾਰਕ ਦਾ ਮੈਂਬਰ ਕਿਹੜਾ ਨਹੀਂ ਹੈ? ਸਾਰਕ ਦਾ ਮੈਂਬਰ ਨਹੀਂ ਹੈ ਮਿਆਂਮਾਰ ਜਿਹੜਾ ਕਿ ਸਾਰਕ ਦੇਸ਼ਾਂ ਜਿਵੇਂ ਕਿ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕੋਰਪੋਰੇਸ਼ਨ, ਸਾਰਕ ਦੀ ਫੁੱਲ ਫੋਮ ਹੈ। ਅਤੇ ਜਿਹੜਾ ਕਿ ਮਿਆਂਮਾਰ ਹੈ ਇਹ ਦੂਜੇ ਪਾਸੇ ਚਲਾ ਗਿਆ, ਤਾਂ ਇਹ ਸਾਊਥ ਏਸ਼ੀਆ ਵਾਲੇ ਦੇਸ਼ਾਂ ਦੀ ਗੱਲ ਕਰ ਰਹੇ ਹਾਂ। ਤਾਂ ਅਗਰ ਓਪਸ਼ਨ ਵਿੱਚ ਅਜਿਹੇ ਕੋਈ ਕੰਟਰੀ ਆ ਜਾਏ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਨਹੀਂ ਹੈ, ਤਾਂ ਤੁਸੀਂ ਉਸ 'ਤੇ ਸਹੀ ਲਗਾ ਦੇਣਾ ਹੈ, ਜਿਸ ਤਰ੍ਹਾਂ ਕਿ ਇਹ ਮਿਆਂਮਾਰ ਹੈ। ਦੂਜਾ, ਵਰਲਡ ਟ੍ਰੇਡ ਔਰਗਨਾਈਜੇਸ਼ਨ WTO ਦਾ ਮੁੱਖ ਦਫ਼ਤਰ ਕਿੱਥੇ ਹੈ? ਇਹ ਵੀ ਜਿਨੇਵਾ ਦੇ ਵਿਖੇ ਹੈ। ਜਿਨੇਵਾ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਔਰਗਨਾਈਜੇਸ਼ਨ ਦੇ ਦਫ਼ਤਰ ਨੇ, ਤੁਸੀਂ ਇਹ ਵੀ ਯਾਦ ਰੱਖਣਾ ਹੈ। ਨੈਕਸਟ, ਯੂਨੈਸਕੋ ਦੇ ਸਹਿਯੋਗੀ ਨਾਲ ਭਾਰਤ ਵਿੱਚ ਪਾਂਡੇਚੇਰੀ ਦੇ ਨੇੜੇ ਕਿਹੜੀ ਅੰਤਰਰਾਸ਼ਟਰੀ ਜਿਹੜੀ ਟਾਊਨਸ਼ਿਪ ਹੈ ਉਹ ਹੋਈ ਹੈ? ਐਰੋਵਿਲੇ। ਯੂਨੈਸਕੋ ਦੀ ਫੁੱਲ ਫਾਰਮ ਹੈ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਸ ਐਂਡ ਕਲਚਰਲ ਔਰਗਨਾਈਜੇਸ਼ਨ। ਇਹ ਯੂਨੈਸਕੋ ਦੀ ਜਿਹੜੀ ਫੁੱਲ ਫਾਰਮ ਹੈ। ਨੈਕਸਟ, ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੇ ਗੈਰ ਸਥਾਈ ਮੈਂਬਰਾਂ ਨੂੰ ਮੌਜੂਦਾ ਸਮੇਂ 2 ਸਾਲ ਦੀ ਮਿਆਦ ਲਈ ਜਨਰਲ ਅਸੈਂਬਲੀ ਦੁਆਰਾ ਚੁਣਿਆ ਗਿਆ ਹੈ। ਠੀਕ ਹੈ, ਕਿਹੜੇ ਉਹ ਦੇਸ਼ ਨੇ? ਉਹ ਨੇ ਕੋਲੰਬੀਆ, ਜਰਮਨੀ, ਇੰਡੀਆ, ਪੁਰਤਗਾਲ ਅਤੇ ਸਾਊਥ ਅਫਰੀਕਾ। ਆਪਸ਼ਨ ਨੰਬਰ ਕਿਹੜਾ? ਡੀ ਕਰੈਕਟ ਆਨਸਰ ਚਲਾ ਜਾਊਗਾ। ਹੁਣ ਇਹਨੇ ਪੁੱਛਿਆ ਕਿ ਇੰਟਰਨੈਸ਼ਨਲ ਪਰਮਾਣੂ ਏਜੰਸੀ ਦਾ ਮੁੱਖ ਦਫ਼ਤਰ ਕਿੱਥੇ ਹੈ? ਤੁਸੀਂ ਕਹਿ ਸਕਦੇ ਹੋ ਇੰਟਰਨੈਸ਼ਨਲ ਅਟੋਮਿਕ ਐਨਰਜੀ, ਵੀਨਾ ਦੇ ਵਿਖੇ ਹੈ, ਇੱਕ ਸ਼ਹਿਰ ਹੈ ਇਹ ਵੀ। ਠੀਕ ਹੈ, ਅੱਗੇ ਇਹਦਾ ਇੱਕ ਕੁਐਸਚਨ ਆਊਗਾ ਕਿਹੜੇ ਦੇਸ਼ 'ਚ ਹੈ। ਸੰਯੁਕਤ ਰਾਸ਼ਟਰ ਮਹਾਸਭਾ UN ਤੋਂ ਪਹਿਲਾਂ ਹਿੰਦੀ ਵਿੱਚ ਹਿੰਦੀ ਵਿੱਚ ਭਾਸ਼ਣ ਦਿਆ ਸੀ, ਉਹ ਕਿਸ ਭਾਰਤੀ ਨੇ ਦਿਆ ਸੀ? ਆਨਸਰ ਹੋ ਜਾਊਗਾ ਅਟਲ ਬਿਹਾਰੀ ਵਾਜਪੇਈ, ਜਿਹੜੇ ਕਿ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ, ਅਤੇ 2018 ਵਿੱਚ ਉਹਨਾਂ ਦਾ ਨਿਧਨ ਹੋਇਆ ਸੀਗਾ। ਅਤੇ 10th ਹੈ, UNO ਦੇ ਮੁੱਖ ਅੰਗਾਂ ਦੀ ਸੰਖਿਆ ਕਿੰਨੀ ਹੈ? ਬਿਲਕੁਲ ਸਿੰਪਲ, 6 ਅੰਗ ਨੇ UNO ਦੇ, ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ। ਯੂਨੈਸਕੋ ਦਾ ਮੁੱਖ ਦਫ਼ਤਰ ਹੈ ਪੈਰਿਸ ਕਿੱਥੇ ਹੈ? ਫਰਾਂਸ ਵਿਖੇ, ਅਤੇ ਫਰਾਂਸ ਦੀ ਰਾਜਧਾਨੀ ਹੈ ਪੈਰਿਸ। ਇਹ ਵੀ ਤੁਸੀਂ ਯਾਦ ਰੱਖਣਾ। ਈਫਲ ਟਾਵਰ ਵੀ ਜਿਹੜਾ ਹੈ ਉਹ ਵੀ ਪੈਰਿਸ ਦੇ ਵਿਖੇ ਹੈ। ਅਤੇ ਜਿਹੜੀਆਂ 2024 ਦੀਆਂ ਓਲੰਪਿਕਸ ਹੋਣਗੀਆਂ ਗੇਮਸ, ਉਹ ਕਿੱਥੇ ਹੋਣਗੀਆਂ? ਪੈਰਿਸ ਦੇ ਵਿਖੇ ਹੋਣਗੀਆਂ। ਖੁਰਾਕ ਅਤੇ ਖੇਤੀਬਾੜੀ ਸੰਗਠਨ ਦਾ ਮੁੱਖ ਦਫ਼ਤਰ ਕਿੱਥੇ ਹੈ? ਅਸੀਂ ਬੋਲ ਸਕਦੇ ਹਾਂ ਇਸ ਨੂੰ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਇਜ਼ ਸਿਚੁਏਟਡ ਇਨ ਰੋਮ ਸ਼ਹਿਰ ਦੇ ਵਿੱਚ ਇਹ ਸੰਗਠਨ ਮੌਜੂਦ ਹੈ। ਵਰਲਡ ਵਾਈਡ ਫੰਡ ਫॉर ਨੇਚਰ ਦਾ ਲੋਗੋ ਵਜੋਂ ਕਿਹੜੇ ਜਾਨਵਰ ਨੂੰ ਉਸ ਦੇ ਵਿੱਚ ਦਰਸਾਇਆ ਗਿਆ ਹੈ? ਤਾਂ ਇਸ ਦਾ ਕਰੈਕਟ ਆਨਸਰ ਹੋ ਜਾਊਗਾ ਪਾਂਡਾ ਕਰੈਕਟ ਆਨਸਰ ਚਲਾ ਜਾਊਗਾ, WWF। ਸਾਰਕ ਦਾ ਮੁੱਖ ਉਦੇਸ਼ ਕੀ ਹੈ? ਖੇਤਰੀ ਸਹਿਯੋਗ, ਅੰਦਰੂਨੀ ਮਾਮਲੇ, ਗੈਰ ਇਕਸਾਰਤਾ ਜਾਂ ਸ਼ਾਂਤੀਮਈ ਸਹਿ ਮੌਜੂਦਗੀ। ਕਰੈਕਟ ਆਨਸਰ ਹੋ ਜਾਊਗਾ ਖੇਤਰੀ ਸਹਿਯੋਗ। ਜਿਹੜੇ ਕਿ ਸਾਰਕ ਖੇਤਰ ਹੈ ਤਾਂ ਆਪਸ ਵਿੱਚ ਸਹਿਯੋਗ ਬਣਿਆ ਰਹੇ ਖੇਤਰਾਂ ਦਾ, ਦੇਸ਼ਾਂ ਦਾ, ਸਾਊਥ ਏਸ਼ੀਅਨ ਐਸੋਸੀਏਸ਼ਨ ਦਾ, ਇਸ ਲਈ ਸਾਰਕ ਦਾ ਮੁੱਖ ਉਦੇਸ਼ ਇਹੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ UN ਦੇ 5 ਸਥਾਈ ਮੈਂਬਰ, ਇਹਨਾਂ ਨੇ ਪੁੱਛਿਆ ਕਿ 5 ਸਥਾਈ ਮੈਂਬਰ ਜਿਹੜੇ ਕਿ ਜਿਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਇਹ ਹੋ ਜੂਗੇ ਕਿਹੜੇ? ਇੱਕ ਤਾਂ ਚੀਨ ਹੈ, ਫਰਾਂਸ ਹੈ, USSR ਹੈ, UK ਹੈ, ਅਤੇ USA ਹੈ। ਡੀ ਇਸ ਦਾ ਕਰੈਕਟ ਆਨਸਰ ਹੋ ਜੂਗਾ, ਇਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ। ਇਹਨਾਂ ਵਿੱਚੋਂ ਕਿਹੜੀ ਸੱਭਿਆਚਾਰਕ ਸੰਸਥਾ ਹੈ?
ਹਾਂਜੀ ਬਿਲਕੁਲ, ਯੂਨੈਸਕੋ ਹੈ ਜਿਹੜੀ ਇਹ ਸੱਭਿਆਚਾਰਕ ਸੰਸਥਾ ਹੈ, ਜਿਵੇਂ ਨਾਮ ਤੋਂ ਹੀ ਪਤਾ ਲੱਗ ਰਿਹਾ ਕਿ ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਸ ਐਂਡ ਕਲਚਰਲ ਔਰਗਨਾਈਜੇਸ਼ਨ ਤਾਂ ਯੂਨੈਸਕੋ ਹੈ। ਅਤੇ WHO ਵਰਲਡ ਹੈਲਥ ਔਰਗਨਾਈਜੇਸ਼ਨ, FAO ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ ਤਾਂ ਯੂਨੈਸਕੋ ਦਾ ਕਰੈਕਟ ਆਂਸਰ ਹੋ ਜਾਊਗਾ। ਨੈਕਸਟ, ਅੰਤਰਰਾਸ਼ਟਰੀ ਰੈੱਡ ਕਰਾਸ ਦਾ ਮੁੱਖ ਦਫ਼ਤਰ ਕਿੱਥੇ ਹੈ? ਕਿੱਥੇ ਹੈ? ਜਿਨੇਵਾ ਦੇ ਵਿੱਚ। ਜਿਨੇਵਾ ਦੇ ਵਿੱਚ ਬਹੁਤ ਸਾਰੇ ਜਿਹੜੇ ਦਫ਼ਤਰ ਆ ਉਹ ਮੌਜੂਦ ਨੇ। ਅਤੇ ਹੇਠ ਲਿਖਿਆਂ ਵਿੱਚੋਂ ਕਿਹੜਾ G15 ਗਰੁੱਪ ਆਫ 15 ਦਾ ਮੈਂਬਰ ਨਹੀਂ ਹੈ? ਬਿਲਕੁਲ ਆਸਾਨ ਹੈ ਪਾਕਿਸਤਾਨ, ਕਿਉਂਕਿ ਪਾਕਿਸਤਾਨ ਇੱਕ ਟੈਰਰਿਸਟ ਕੰਟਰੀ ਦੇ ਵਿੱਚ ਜਾਣਿਆ ਜਾਂਦਾ, ਤਾਂ ਇਸ ਲਈ ਇਸ ਨੂੰ G15 ਦਾ ਮੈਂਬਰ ਨਹੀਂ ਬਣਾਇਆ। ਮਲੇਸ਼ੀਆ, ਇੰਡੋਨੇਸ਼ੀਆ ਅਤੇ ਇੰਡੀਆ ਇਹ G15 ਦੇ ਮੈਂਬਰ ਹੈਗੇ ਆ। ਨੈਕਸਟ, ICAO ਦਾ ਮਤਲਬ ਕੀ ਹੈ? ਕਰੈਕਟ ਆਂਸਰ ਹੈ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਔਰਗਨਾਈਜੇਸ਼ਨ। ਇਹ ਜਿਹੜੀ ਜਹਾਜ਼ਾਂ ਦੇ ਬਾਰੇ ਹੈ, ਐਵੀਏਸ਼ਨ ਔਰਗਨਾਈਜੇਸ਼ਨ, ਇੰਟਰਨੈਸ਼ਨਲ ਸਿਵਲ ਐਵੀਏਸ਼ਨ ਔਰਗਨਾਈਜੇਸ਼ਨ, ਇਹ ਇਸ ਦਾ ਕਰੈਕਟ ਆਂਸਰ ਹੋ ਜਾਊਗਾ। ਯੂਨੈਸਕੋ ਦੀ ਕਾਰਜਕਾਰੀ ਭਾਸ਼ਾ ਕੀ ਹੈ? ਜੀ ਬਿਲਕੁਲ, ਯੂਨੈਸਕੋ ਦੀ ਕਾਰਜਕਾਰੀ ਭਾਸ਼ਾ ਹੈ ਫ੍ਰੈਂਚ ਐਂਡ ਇੰਗਲਿਸ਼। ਨੈਕਸਟ, ਸੰਯੁਕਤ ਰਾਸ਼ਟਰ UN ਦਾ ਮੁੱਖ ਦਫ਼ਤਰ ਇਸ ਵਿੱਚ ਸਥਿਤ ਹੈ? ਕਿੱਥੇ ਹੈ? ਜਿਨੇਵਾ ਦੇ ਵਿੱਚ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਨੈਕਸਟ, ਨਾਫਟਾ ਦੇ ਮੈਂਬਰ ਦੇਸ਼ ਹਨ? ਨਾਫਟਾ ਦੇ ਹਨ, ਮੇਰੇ ਖਿਆਲ ਨਾਲ ਇਹਦਾ B ਕਰੈਕਟ ਆਂਸਰ ਹੈ। ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਨਾਫਟਾ ਦੇ ਜਿਹੜੇ ਕਿ ਮੁੱਖ ਮੈਂਬਰ ਹਨ। ਨੈਕਸਟ, ਨਿਮਨਲਿਖਤ ਵਿੱਚੋਂ ਕਿਹੜਾ UNO ਨਾਲ ਸੰਬੰਧਿਤ ਨਹੀਂ ਹੈ? ਕਿਹੜਾ ਨਹੀਂ ਹੈ? ASEAN, ਇਹ UNO ਨਾਲ ਸੰਬੰਧਿਤ ਨਹੀਂ ਹੈ। ਇਹ ਜਿਹੜੇ ਕਿ ਈਸਟਰਨ ਏਸ਼ੀਆ ਦੇ ਕੰਟਰੀਜ਼ ਹੈ ਇਹਨਾਂ ਵਿੱਚ ਆ ਜਾਂਦਾ ਹੈ, ਇਸ ਲਈ ਇਹ UNO ਨਾਲ ਸੰਬੰਧਿਤ ਨਹੀਂ ਹੈ। ਹੈਲੀਫੈਕਸ ਸੰਮੇਲਨ ਸੀ ਕੀ ਸੀ ਇਹ? ਇਸ ਦਾ ਕਰੈਕਟ ਆਂਸਰ ਹੋ ਜਾਊਗਾ ਗਰੁੱਪ ਆਫ 7 ਕੰਟਰੀਜ਼। ਨੈਕਸਟ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਹੈ ਨਾ, ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਸਮੂਹ 5 ਵਿਕਾਸਸ਼ੀਲ ਦੇਸ਼ਾਂ ਦਾ ਮੈਂਬਰ ਨਹੀਂ ਹੈ? ਬੋਲੋਵੀਆ ਕਰੈਕਟ ਆਂਸਰ ਹੈ। ਨੈਕਸਟ, ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਕੁਝ ਏਜੰਸੀਆਂ ਦਾ ਮੁੱਖ ਦਫ਼ਤਰ ਵੀਨਾ ਦੇ ਵਿੱਚ ਸਥਿਤ ਹੈ, ਤਾਂ ਇਹ ਕਿਹੜੇ ਦੇਸ਼ ਵਿੱਚ ਸਥਿਤ ਹੈ? ਇਹ ਵੀਨਾ ਜਿਹੜਾ ਸ਼ਹਿਰ ਆ, ਆਸਟਰੀਆ, ਇਹ ਇਸ ਦਾ ਕਰੈਕਟ ਆਂਸਰ ਹੈ। ਆਸਟਰੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਆਸਟਰੀਆ। ਏਸ਼ੀਆ ਅਤੇ ਪ੍ਰਸ਼ਾਂਤ ਲਈ ਆਰਥਿਕ ਅਤੇ ਸਮਾਜਿਕ ਕਮਿਸ਼ਨ ਐਸਕੈਪ ਸਥਿਤ ਹੈ ਬੈਂਕਾਕ ਦੇ ਵਿੱਚ। ਐਸਕੈਪ ਦਾ ਮੁੱਖ ਦਫ਼ਤਰ ਬੈਂਕਾਕ ਦੇ ਵਿੱਚ ਸਥਿਤ ਹੈ। ਨੈਕਸਟ, ਸੈਂਟੋ ਤੋਂ ਹਟਣ ਵਾਲਾ ਪਹਿਲਾ ਦੇਸ਼ ਕਿਹੜਾ ਹੈ? ਸੈਂਟੋ ਦਾ ਮੀਨਿੰਗ ਹੋ ਜਾਏਗਾ ਸੈਂਟਰਲ ਟ੍ਰੇਟੀ ਔਰਗਨਾਈਜੇਸ਼ਨ, ਜਿਹੜੇ ਵੀ ਸੈਂਟਰ ਦੇ ਦੇਸ਼ ਨੇ ਨਾ, ਹੈ ਨਾ, ਅਰਬ ਦੇਸ਼ ਜਿਵੇਂ ਇਰਾਕ, ਈਰਾਨ ਹੋ ਗਿਆ, ਤੁਰਕੀ ਹੋ ਗਿਆ, ਅਫਗਾਨਿਸਤਾਨ, ਅਜਿਹੇ ਦੇਸ਼, ਤਾਂ ਇਹਨਾਂ ਦਾ ਹਟਿਆ ਇਹਨਾਂ ਤੋਂ ਕਿਹੜਾ? ਇਰਾਕ ਦੇਸ਼, ਉਹ ਇਸ ਤੋਂ ਸੈਂਟੋ ਤੋਂ ਹਟ ਗਿਆ। ਠੀਕ ਹੈ ਜੀ। ਨੈਕਸਟ, ਇੰਟਰਪੋਲ ਦਾ ਕੀ ਮਤਲਬ ਹੈ? ਇੰਟਰਪੋਲ ਤੁਸੀਂ ਸੁਣਿਆ ਹੋਵੇਗਾ। ਇੰਟਰਪੋਲ ਬਹੁਤ ਸਾਰੀ, ਜਿਵੇਂ ਕ੍ਰਿਮੀਨਲ ਕੋਈ ਵੀ ਏਜੰਸੀ ਹੈ ਇੱਕ ਤਰ੍ਹਾਂ ਦੀ ਇੰਟਰਨੈਸ਼ਨਲ, ਠੀਕ ਹੈ, ਉਸ ਦਾ ਮੀਨਿੰਗ ਹੈ ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ, ਜਾਂ ਫਿਰ ਕਹਿ ਸਕਦੇ ਹਾਂ ਇੰਟਰਨੈਸ਼ਨਲ ਕ੍ਰਿਮੀਨਲ ਪੁਲਿਸ ਔਰਗਨਾਈਜੇਸ਼ਨ, ਇੰਟਰਪੋਲ ਨੂੰ ਕਹਿ ਸਕਦੇ ਹਾਂ। ਤਾਂ ਕਰੈਕਟ ਆਂਸਰ ਕੀ ਚਲਾ ਜਾਊਗਾ? B ਦਾ ਬਿਲਕੁਲ ਕਰੈਕਟ ਆਂਸਰ ਚਲਾ ਜਾਊਗਾ। ਠੀਕ ਹੈ, ਤਾਂ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਸੀਗੇ, ਤਾਂ ਉਮੀਦ ਹੈ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁਲ ਲੱਗੀ ਹੋਵੇਗੀ। ਠੀਕ ਹੈ, ਥੈਂਕ ਯੂ ਜੀ।